ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਪਜੀ ਸਾਹਿਬ ਦੀ 33ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮੇਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਆਓ ਸਭ ਤੋਂ ਪਹਿਲਾਂ ਉਚਾਰਨ ਵੱਲ ਧਿਆਨ ਦਈਏ। ਆਖਣ ਜੋਰ ਚੁੱਪੈ ਨਹ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਈ, ਨਾਨਕ ਉੱਤਮ ਨੀਚ ਨਾ ਕੋਈ। ਮਨੁੱਖ ਬਹੁਤ ਅਹੰਕਾਰ ਕਰਦਾ ਹੈ, ਇੰਨਾ ਹਉਮੈਵਸ ਹੋ ਜਾਂਦਾ ਹੈ ਕਿ ਉਹਨੂੰ ਲੱਗਦਾ ਹੁਣ ਮੈਂ ਹੀ ਸਭ ਕੁਝ ਹਾਂ, ਹੁਣ ਸਭ ਕੁਝ ਕਰਨ ਵਾਲਾ ਮੈਂ ਹੀ ਹਾਂ। ਮਤਲਬ ਕਿ ਕਰਤੇ ਦਾ ਭਾਵ ਲੈ ਆਉਂਦਾ ਹੈ। ਜਦ ਅੰਦਰ ਉਹਦੇ ਕਰਤੇ ਦਾ ਭਾਵ ਵਸ ਜਾਂਦਾ ਹੈ, ਮਾਇਆ ਵਿੱਚ ਜਕੜਿਆ ਜਾਂਦਾ ਹੈ, ਤੇ ਫਿਰ ਅਜਿਹੀ ਤੁਕਾਂ ਗੁਰੂ ਸਾਹਿਬ ਦੀ ਇਹ ਪਵਿੱਤਰ ਬਾਣੀ, ਅਜਿਹੀ ਪੌੜੀ ਜਿਹੜੀ ਹੈ ਉਹਦੀ ਹਉਮੈ ਨੂੰ ਠੱਲ ਪਾਉਂਦੀ ਹੋਈ, ਤੋੜਦੀ ਹੋਈ ਉਸ ਨੂੰ ਇੱਕ ਵਾਰ ਦੁਬਾਰਾ ਜਾਗ੍ਰਿਤੀ ਦਿੰਦੀ ਹੈ ਤੇ ਯਾਦ ਦਿਲਵਾਉਂਦੀ ਹੈ ਕਿ ਮਨੁੱਖਾ, ਅਹੰਕਾਰ ਤੇ ਤੂੰ ਬਹੁਤ ਕਰ ਲਿੱਤਾ ਤੇ ਮਨ ਵਿੱਚ ਭਰ ਲਿੱਤਾ ਕਿ ਬਈ ਮੈਂ ਹੀ ਹੁਣ ਸਭ ਕੁਝ ਕਰਨ ਵਾਲਾ, ਮੈਂ ਹੀ ਹਾਂ। ਜਦ ਮੈਂ ਕਰਨ ਲੱਗ ਗਿਆ ਤੇ ਫਿਰ ਇਹ ਤੁਕਾਂ ਸਾਹਮਣੇ ਜਦ ਆਈਆਂ ਤੇ ਜਿਹੜਾ ਅਹੰਕਾਰ ਹੈ ਉਹ ਕਿਤੇ ਨਾ ਕਿਤੇ ਉਹਨੂੰ ਬੜੀ ਗਹਿਰੀ ਸੱਟ ਵੱਜੀ। ਗੁਰੂ ਸਾਹਿਬ ਨੇ ਬਿਲਕੁਲ ਸਿੱਧੀ ਤੇ ਸਪਸ਼ਟ ਗੱਲ ਕਰ ਦਿੱਤੀ ਕਿ ਜੇ ਤੂੰ ਗੱਲ ਕਰੇ ਜ਼ੋਰ ਦੀ, ਭਾਵ ਕਿ ਵਸ ਦੀ, ਬਈ ਤੇਰੇ ਵਸ ਦਾ ਆਖਿਰ ਕੀ ਹੈ ਮਨੁੱਖਾ, ਤੇ ਤੈਨੂੰ ਸਮਝ ਆ ਜਾਏਗੀ ਕਿ ਮਨੁੱਖਾ ਤੇਰੇ ਵਸ ਦਾ ਸੱਚ ਵਿੱਚ ਕੁਛ ਨਹੀਂ। ਸ਼ੁਰੂਆਤ ਤੇਰੀ ਕਿੱਥੋਂ ਹੋਈ? ਯਾਦ ਕਰ ਲੈ, ਤੇਰੀ ਸ਼ੁਰੂਆਤ ਹੀ ਜਿਹੜੀ ਜੀਵਨ ਦੀ ਹੈ ਬਿਨਾਂ ਤੇਰੀ ਮਰਜ਼ੀ ਦੇ ਹੋਈ ਸੀ, ਤੇ ਜਿਹੜਾ ਮਰਨ ਹੈ ਉਹ ਵੀ ਤੇਰੀ ਮਰਜ਼ੀ ਦੇ ਨਾਲ ਨਹੀਂ। ਤੇ ਫਿਰ ਤੂੰ ਕਿਸ ਗੱਲ ਦਾ ਅਹੰਕਾਰ ਕਰ, ਕਿਉਂ ਦਾਅਵੇ ਕਰਦਾ ਹੈ, ਕਿਉਂ ਦਿਖਾਣਾ ਹੈ ਮੇਰੇ ਵੱਸ ਇਹ ਆ, ਮੇਰੇ ਵੱਸ ਉਹ ਆ? ਤੇਰੇ ਵੱਸ ਕੁਛ ਨਹੀਂ ਹੈ, ਮੰਨ ਲੈ। ਗੁਰੂ ਸਾਹਿਬ ਕਹਿੰਦੇ ਆਖਣ ਜੋਰ ਚੁੱਪੈ ਨਹ ਜੋਰ। ਆਖਣ ਭਾਵ ਆਖਣ ਵਿੱਚ, ਕਹਿਣ ਵਿੱਚ। ਕਈ ਵਾਰ ਕਹਿੰਦੇ ਨੇ ਬੜਾ ਸੋਹਣਾ ਬੋਲਦਾ, ਬੜੀ ਪਿਆਰੀਆਂ ਗੱਲਾਂ ਕਰਦਾ, ਤੇ ਕਈ ਵਾਰ ਅੰਦਰ ਅਹੰਕਾਰ ਆ ਜਾਂਦਾ ਹੈ, ਮੇਰੇ ਵਰਗਾ ਤਾਂ ਕੋਈ ਹੋਏਗਾ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਆਖਣ ਜੋਰ ਚੁੱਪੈ ਨਹ ਜੋਰ। ਨਾ ਬੋਲਣ ਵਿੱਚ ਤੇਰਾ ਜ਼ੋਰ ਹੈ ਤੇ ਨਾ ਚੁੱਪ ਰਹਿਣ ਵਿੱਚ ਤੇਰਾ ਜ਼ੋਰ ਹੈ। ਚੁੱਪੈ ਨਹ ਜੋਰ, ਚੁੱਪ ਰਹਿਣ ਵਿੱਚ ਵੀ ਜ਼ੋਰ ਨਹੀਂ ਹੈ, ਤੇਰਾ ਵਸ ਨਹੀਂ ਹੈ। ਜ਼ੋਰ ਨਾ ਮੰਗਣ, ਮੰਗਣ ਵਿੱਚ ਵੀ ਤੇਰਾ ਜ਼ੋਰ ਨਹੀਂ ਚੱਲਦਾ। ਦੇਣ ਨਾ ਜ਼ੋਰ, ਤੇ ਦੇਣ ਵਿੱਚ ਵੀ ਤੇਰਾ ਜ਼ੋਰ ਨਹੀਂ ਚੱਲਦਾ। ਹੁਣ ਗੱਲ ਆ ਗਈ ਕਿਉਂ ਨਹੀਂ ਚੱਲਦਾ? ਅਸੀਂ ਹੁਣੇ ਕੁਝ ਚਾਹੀਏ ਤਾਂ ਮੰਗ ਲੈਂਦੇ ਹਾਂ। ਕੀ ਇਹ ਸੱਚ ਵਿੱਚ ਸੱਚ ਹੈ? ਕਈ ਗੱਲਾਂ ਡਾਇਰੈਕਟ ਹੁੰਦੀਆਂ, ਕਈ ਗੱਲਾਂ ਇਨਡਾਇਰੈਕਟ ਹੁੰਦੀਆਂ। ਕਿਉਂਕਿ ਅਗਰ ਕਹੀਏ ਕਿ ਬੋਲਣ ਵਿੱਚ ਜ਼ੋਰ ਨਹੀਂ ਹੈ, ਅਸੀਂ ਜਦ ਚਾਹੀਏ ਬੋਲ ਰਹੇ ਹਾਂ, ਜਦ ਚਾਹੀਏ ਚੁੱਪ ਰਹਿ ਰਹੇ ਹਾਂ, ਤੇ ਕਿਵੇਂ ਇਹ ਗੱਲ ਜਿਹੜੀ ਹੈ ਉਹ ਪ੍ਰਮਾਣਿਤ ਹੁੰਦੀ ਹੈ? ਬਾਣੀ ਕਹਿ ਰਹੀ ਹੈ। ਪਹਿਲੀ ਗੱਲ ਤਾਂ ਇਸ ਤੋਂ ਵੱਡਾ ਕੋਈ ਪ੍ਰਮਾਣ ਨਹੀਂ। ਗੁਰੂ ਨਾਨਕ ਦੇਵ ਜੀ ਕਹਿ ਰਹੇ ਆ ਕੋਈ ਕਾਰਨ ਹੋਏ। ਕਾਰਨ ਇੱਕੋ ਹੀ ਸਮਝ ਆਉਂਦਾ ਹੈ ਕਿ ਜੇਵਾ ਕਿਹਨੇ ਦਿੱਤੀ? ਜੇਵਾ ਦਿੱਤੀ ਉਸ ਪਰਮਾਤਮਾ ਨੇ, ਤੇ ਜਿਹਨੂੰ ਜੇਵਾ ਹੀ ਨਹੀਂ ਦਿੱਤੀ, ਜਿਹਨੂੰ ਜ਼ੁਬਾਨ ਦਿੱਤੀ ਨਹੀਂ ਕਿ ਉਹ ਪੂਰੀ ਜ਼ਿੰਦਗੀ ਬੋਲ ਸਕਦਾ ਹੈ, ਤੇ ਪਰਮਾਤਮਾ ਚਾਹੇ ਜ਼ੁਬਾਨ ਨਾ ਦੇ ਤਾਂ ਅਸੀਂ ਬੋਲ ਸਕਦੇ ਹਾਂ। ਥੋੜਾ ਜਿਹਾ ਇਨਡਾਇਰੈਕਟ ਵੇ ਵਿੱਚ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਿਵੇਂ ਜ਼ੋਰ ਨਹੀਂ ਹੈ।
ਥੋੜਾ ਜਿਹਾ ਆਪਣੇ ਨਾਲ ਵਿਚਾਰ ਕਰਕੇ ਇਸ ਬਾਰੇ ਵਿਚਾਰ ਕਰਨੀ ਹੈ ਕਿ ਚੁੱਪ ਰਹਿਣ ਵਿੱਚ ਕਿਵੇਂ ਮੇਰਾ ਜ਼ੋਰ। ਇਹ ਗੱਲ ਨੂੰ ਥੋੜਾ ਸਮਝਾਂਗੇ ਤੇ ਪਕੜ ਵਿੱਚ ਆਏਗੀ। ਮੰਗਣ ਵਿੱਚ ਕਿਵੇਂ ਮੇਰਾ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਛੋਟਾ ਜਿਹਾ ਐਗਜ਼ਾਮਪਲ ਇੱਥੇ ਦੇ ਦਿੰਦੇ ਹਾਂ। ਇੱਕ ਬੱਚਾ ਪੈਦਾ ਹੀ ਕਿਸੇ ਅਜਿਹੇ ਗਰੀਬ ਘਰ ਵਿੱਚ ਹੋਇਆ ਹੈ, ਪੈਦਾ ਹੀ ਗਰੀਬ ਘਰ ਵਿੱਚ ਹੋਇਆ, ਜਿਹਦੇ ਕੋਲ ਆਪਣੇ ਜੋਗੇ ਪਹਿਰਨ ਵਾਸਤੇ ਕੱਪੜੇ ਨਹੀਂ ਹੈ ਤੇ ਹੁਣ ਹੋਰ ਕਮਾਈ ਦਾ ਕੋਈ ਜ਼ਰੀਆ ਨਹੀਂ। ਘਰ ਵਿੱਚ ਅਜਿਹਾ ਮਾਹੌਲ ਹੈ, ਉਹਨੂੰ ਮੰਗਣ ਲਈ ਮਜਬੂਰ ਹੋ ਗਿਆ। ਤੇ ਕੀ ਹੁਣ ਕਵਾਂਗੇ ਉਹਦਾ ਜ਼ੋਰ ਸੀਗਾ, ਉਹ ਚਾਹੁੰਦਾ ਤੇ ਨਹੀਂ ਮੰਗਦਾ, ਕਿਉਂਕਿ ਮਾਹੌਲ ਹੀ ਏਦਾਂ ਮਿਲਿਆ ਤੇ ਉਹਨੂੰ ਮੰਗਣਾ ਹੀ ਪਿਆ, ਕੋਈ ਆਪਸ਼ਨ ਹੀ ਨਹੀਂ ਸੀ। ਦੇਣ ਨਾ ਜ਼ੋਰ, ਦੇਣ ਨਾ ਜ਼ੋਰ ਦਾ ਭਾਵ ਇਹ ਆ, ਅਗਰ ਪਰਮਾਤਮਾ ਨੇ ਦਾਤਾਂ ਦਿੱਤੀਆਂ ਤਾਂ ਹੀ ਤੇ ਦੇਣ ਜੋਗਾ ਹੋਇਆ। ਅਗਰ ਪਰਮਾਤਮਾ ਦਾਤਾ ਦੇ ਹੀ ਨਾ ਤੇ ਦੇਣ ਜੋਗਾ ਕਿਵੇਂ ਹੋ ਜਾਏਗਾ। ਤੇ ਦੇਣ ਨਾ ਜ਼ੋਰ, ਕਿਉਂਕਿ ਦਾਤਾ ਦੇ ਰਿਹਾ ਹੈ, ਯਾਨੀ ਕਿ ਇੰਟਰੈਕਟ ਵੇ ਵਿੱਚ ਸਮਝਣਾ ਪਏਗਾ। ਕਰ ਮਨੁੱਖ ਰਿਹਾ, ਪਰ ਅਗਰ ਉਹ ਕਹੇ ਕਿ ਬਸ ਮੈਂ ਹੀ ਹਾਂ, ਮੇਰੇ ਉੱਪਰ ਕੋਈ ਨਹੀਂ ਹੈ, ਸਭ ਕੁਝ ਮੇਰੇ ਵੱਸ ਵਿੱਚ ਹੋ ਗਿਆ, ਜ਼ੋਰ ਦਾ ਇੱਥੇ ਪਾਵਰ ਤੇ ਵੱਸ, ਕਿ ਹਾਂਜੀ ਮੈਂ ਚਾਹਾਂ ਤੇ ਦੇ ਸਕਦਾ। ਪਰ ਉਹਨੂੰ ਸਮਝਣਾ ਪਏਗਾ ਬਈ ਜਦ ਮੂਰਖਾ ਤੈਨੂੰ ਅਗਰ ਦਾਤਾ ਮਿਲੇ ਹੀ ਨਾ ਹੋਏ ਤਾਂ ਦੇਏਗਾ ਕਿਵੇਂ। ਤੇ ਸਮਝਣਾ ਪਏਗਾ ਬਈ ਤੇਰਾ ਜ਼ੋਰ ਨਹੀਂ ਹੈ, ਦੇਣ ਵਿੱਚ ਵੀ ਤੇਰਾ ਜ਼ੋਰ। ਜ਼ੋਰ ਨਾ ਜੀਵਨ, ਜੀਵਨ ਵਿੱਚ ਵੀ ਤੇਰਾ ਜ਼ੋਰ ਨਹੀਂ ਹੈ। ਜੋ ਤੈਨੂੰ ਜਨਮ ਮਿਲਿਆ ਤੈਨੂੰ ਪੁੱਛ ਕੇ ਨਹੀਂ ਮਿਲਿਆ, ਤੈਨੂੰ ਕਿਹੜੇ ਮਾਪਿਓ ਚਾਹੀਦੇ ਆ, ਤੈਨੂੰ ਕਿੱਦਾਂ ਦਾ ਘਰ ਚਾਹੀਦਾ, ਮੈਨੂੰ ਦੱਸ। ਅਜਿਹਾ ਹੁੰਦਾ ਤੇ ਫਿਰ ਸਾਰੇ ਆਪਣੀ ਮਰਜ਼ੀ ਚਲਾਉਂਦੇ ਨਾ। ਪਰ ਗੁਰੂ ਸਾਹਿਬ ਨੇ ਜੋ ਸਾਡੇ ਲਈ ਕੀਤਾ ਬੜਾ ਚੰਗਾ ਕੀਤਾ। ਹਮੇਸ਼ਾ ਸ਼ੁਕਰਾਨੇ ਵੱਲ ਸਾਡਾ ਧਿਆਨ ਜਾਏ ਕਿ ਗੁਰੂ ਸਾਹਿਬ ਤੁਸੀਂ ਸਾਨੂੰ ਬੜਾ ਚੰਗਾ ਬਖਸ਼ਿਆ, ਪਰ ਅਸੀਂ ਹਮੇਸ਼ਾ ਸ਼ਿਕਵਾ ਕਰਦੇ ਹਾਂ। ਜ਼ੋਰ ਨਾ ਜੀਵਨ, ਇਸ ਜੀਵਨ ਵਿੱਚ ਵੀ ਜਿੱਥੇ ਜ਼ੋਰ ਨਹੀਂ ਹੈ, ਜ਼ੋਰ ਨਾ ਜੀਵਨ। ਅਗਰ ਇਸ ਜੀਵਨ ਵਿੱਚ, ਇਸ ਜਨਮ ਲੈਣ ਵਿੱਚ, ਇਸ ਜ਼ਿੰਦਗੀ ਜੀਣ ਵਿੱਚ ਅਗਰ ਜ਼ੋਰ ਨਹੀਂ ਹੈ, ਮਰਨ ਨਾ ਜ਼ੋਰ, ਕਿ ਮਰਨ ਵਿੱਚ ਵੀ ਤੇਰਾ ਵਸ ਨਹੀਂ ਹੈ। ਅਗਰ ਤੂੰ ਸੋਚੇ ਕਿ ਮੈਂ ਲੱਖਾਂ ਚੁਤਰਾਈ ਸਿਆਣਪਾ ਕਰਕੇ ਮੌਤ ਆਪਣੇ ਵੱਸ ਕਰ ਲਵਾਂਗਾ, ਗੁਰੂ ਸਾਹਿਬ ਕਹਿੰਦੇ ਨਹੀਂ। ਤੇ ਅਜਿਹੇ ਬੜੇ ਸਾਨੂੰ ਐਗਜ਼ਾਮਪਲ ਇਤਿਹਾਸ ਵਿੱਚ ਮਿਲ ਜਾਣਗੇ ਜਿਨ੍ਹਾਂ ਨੇ ਕੀ ਕੁਛ ਨਹੀਂ ਕੀਤਾ ਕਿ ਉਹਨਾਂ ਨੂੰ ਕੁਝ ਪਲ ਹੋਰ ਮਿਲ ਜਾਣ ਜ਼ਿੰਦਗੀ ਦੇ, ਜਾਂ ਉਹਨਾਂ ਨੂੰ ਮੌਤ ਆਈ ਨਾ। ਬੜੇ ਐਗਜ਼ਾਮਪਲ ਹੈ, ਪਰ ਕੋਈ ਨਹੀਂ ਰਿਹਾ। ਜੋ ਆਇਆ ਸਾਰੇ ਚਲੇ ਗਏ, ਅਸੀਂ ਵੀ ਤੁਰ ਜਾਣਾ। ਇਹ ਗੱਲ ਸੱਚਾਈ ਹੈ, ਪਰ ਬੰਦਾ ਨਹੀਂ ਮੰਨਦਾ ਨਾ। ਬੰਦਾ ਮੰਨ ਜਾਂਦਾ ਤੇ ਇਹਨੂੰ ਬੰਦਾ ਕਿਹਾ ਜਾਂਦਾ। ਤੇ ਗੁਰੂ ਸਾਹਿਬ ਨਹੀਂ ਕਹਿੰਦੇ ਨਾ ਪੇਟ ਭਰਿਓ ਪਸੂਆ ਜਿਉਂ ਸੋਇਓ। ਫਿਰ ਨਹੀਂ ਗੁਰੂ ਸਾਹਿਬ ਨੂੰ ਕਹਿਣ ਦੀ ਲੋੜ ਪੈਂਦੀ ਖਾਣਾ ਪੀਣਾ ਹੱਸਣਾ ਸੋਹਣਾ ਵਿਸਰ ਗਿਆ ਹੈ ਮਰਨਾ। ਕਿਉਂ ਕਹਿਣਾ ਪੈਂਦਾ? ਕਿਉਂਕਿ ਬੰਦਾ ਭੁੱਲ ਜਾਂਦਾ ਹੈ, ਉਹਨੂੰ ਲੱਗਦਾ ਬਸ ਹੁਣ ਤੇ ਮੇਰੇ ਵੱਸ ਵਿੱਚ ਹੀ ਹੈ, ਮੈਂ ਜੀ ਸਕਦਾ ਮੈਂ ਮਰ ਸਕਦਾ। ਅਜਿਹਾ ਕੁਝ ਨਹੀਂ। ਜ਼ੋਰ ਨਾ ਰਾਜ ਮਾਨ ਮਨ ਸੋਰ। ਰਾਜ ਕਰਨ ਵਿੱਚ, ਮਾਲ ਧਨ ਪ੍ਰਾਪਤ ਕਰਨ ਵਿੱਚ, ਧਨ ਦੌਲਤ ਨੂੰ ਅਸੀਂ ਭਾਵਨ ਜਿਹੜਾ ਹੈ ਮਾਲ ਦਾ, ਧਨ ਦੌਲਤ ਜਾਂ ਹੋਰ ਦੁਨਿਆਵੀ ਪਦਾਰਥ ਕਹਿ ਲਓ, ਤੇ ਨਾ ਰਾਜ ਕਰਨ ਵਿੱਚ ਬੰਦੇ ਦਾ ਜ਼ੋਰ ਚੱਲਦਾ ਹੈ, ਤੇ ਨਾ ਇਹ ਦੁਨਿਆਵੀ ਪਦਾਰਥ ਪ੍ਰਾਪਤ ਕਰਨ ਵਿੱਚ ਬੰਦੇ ਦਾ ਜ਼ੋਰ। ਜਿੰਨਾ ਕੋ ਪਰਮਾਤਮਾ ਦੇ ਰਿਹਾ ਉਹਨਾਂ ਕੋ ਸਾਰੇ ਲਈ ਜਾ ਰਹੇ ਹੋ। ਹਾਂ, ਕੋਈ ਨਾ ਕੋਈ ਬਹਾਨਾ ਬਣ ਜਾਂਦਾ ਜਿਸ ਕਾਰਨ ਕਈ ਵਾਰ ਗਲਤਫਹਿਮੀ ਅਜਿਹੀ ਹੋ ਜਾਂਦੀ ਮਨ ਨੂੰ ਕਿ ਹਾਂਜੀ ਮੇਰੇ ਕਾਰਨ। ਪਰ ਗੁਰੂ ਸਾਹਿਬ ਉਹ ਗਲਤਫਹਿਮੀਆਂ ਬੜੇ ਅੱਛੇ ਤਰੀਕੇ ਨਾਲ ਦੂਰ ਕਰਦੇ ਹੈ। ਕਈ ਵਾਰ ਮਨੁੱਖ ਨੂੰ ਹੰਕਾਰ ਹੋ ਜਾਂਦਾ ਨਾ, ਮੈਂ ਚੰਗਾ ਘਰ ਬਣਾਇਆ, ਚੰਗੀ ਕੋਠੀ ਬਣਾਈ, ਚੰਗੀ ਗੱਡੀ ਬਣਾਈ ਹੈ, ਚੰਗਾ ਕਾਰੋਬਾਰ ਹੈ ਮੇਰਾ, ਤਾਂ ਮੈਨੂੰ ਸੁੱਖ ਮਿਲ ਰਿਹਾ। ਗੁਰੂ ਸਾਹਿਬ ਕਹਿੰਦੇ ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕ ਕੀ ਅਰਦਾਸ। ਜਦ ਇਹ ਸਾਨੂੰ ਤੁੱਕਾ ਸੁਣਾਉਂਦੇ ਸਾਡੇ ਕੰਨਾਂ ਵਿੱਚ ਪਾਉਂਦੇ ਆ, ਕਹਿੰਦੇ ਜੇ
ਕਰਮ ਵਿਚਾਰੇ ਜਾਣ ਮਨੁੱਖਾ। ਜੇ ਤੇਰੇ ਕਰਮ ਵੇਖੇ ਜਾਣ ਨਾ, ਜੇ ਕਰਮ ਵੇਖੇ ਜਾਣ, ਜੇ ਮੇਰੇ ਕਰਮ ਵੇਖੇ ਜਾਣ, ਤੇ ਫਿਰ ਤੇ ਗੱਲ ਨਹੀਂ ਬਣਦੀ ਨਜ਼ਰ। ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਇਹ ਤੇ ਉਹਦੀ ਮੌਜ ਹੈ, ਉਹ ਸਾਨੂੰ ਰੱਖ ਰਿਹਾ। ਉਹਦਾ ਕਰਮ, ਉਹਦੀ ਬਖਸ਼ੀਸ਼ ਬੜੀ ਵੱਡੀ ਹੈ, ਹਿਰਦਾ ਬੜਾ ਵੱਡਾ ਹੈ, ਵਿਸ਼ਾਲ ਹੈ। ਜਿੰਨਾ ਵੱਡਾ ਇਹ ਆਪ ਹੈ, ਉਸ ਹਿਸਾਬ ਦੇ ਨਾਲ ਹੀ ਉਹ ਸਾਰੇ ਡਿਸੀਜਨ ਲੈਂਦਾ ਹੈ, ਤੇ ਉਹ ਸਭ ਨੂੰ ਇੱਕੋ ਨਜ਼ਰ ਨਾਲ ਵੇਖ ਰਿਹਾ। ਗੱਲ ਇਹ ਹੈ, ਉਹ ਵਿਤਕਰਾ ਨਹੀਂ ਕਰ ਰਿਹਾ। ਜਿਵੇਂ ਮਨੁੱਖ ਕਰ ਲੈਂਦਾ ਉਹ ਨਹੀਂ ਕਰਦਾ, ਪਰਮਾਤਮਾ ਨਹੀਂ ਕਰਦਾ। ਪਰਮਾਤਮਾ ਵਿਤਕਰਾ ਨਹੀਂ ਕਰ ਰਿਹਾ। ਤੇ ਜ਼ੋਰ ਨਾ ਰਾਜ ਮਾਲ, ਨਾ ਰਾਜ ਕਰਨ ਵਿੱਚ ਜ਼ੋਰ ਹੈ, ਨਾ ਧਨ ਪਦਾਰਥ ਇਕੱਠੇ ਕਰਨ ਵਿੱਚ ਜ਼ੋਰ ਹੈ। ਮਨ ਸੋਰ, ਮਨ ਵਿੱਚ ਜੋ ਮਨ ਵਿੱਚ ਸੋਰ, ਜੋ ਇਹ ਚੱਲਦਾ ਰਹਿੰਦਾ ਹੈ, ਕੋਈ ਨਾ ਕੋਈ ਵਿਚਾਰ ਚੱਲਦੀ ਰਹਿੰਦੀ, ਕੋਈ ਨਾ ਕੋਈ ਗੱਲ ਚੱਲ ਰਹੀ ਹੈ ਕਿ ਮਨ ਵਿੱਚ ਇਹ ਕਿੱਥੋਂ ਆ ਰਹੀ ਹੈ, ਇਹ ਸਾਡੇ ਕਹਿਣ ਤੇ ਆ ਰਹੀ ਹੈ, ਕੋਈ ਨਾ ਕੋਈ ਤੇ ਭੇਜ ਰਿਹਾ ਨਾ। ਜੋ ਮਨ ਵਿੱਚ ਚੱਲ ਰਿਹਾ ਹੈ, ਇਹ ਕੌਣ ਇਕੱਠਾ ਕਰ ਰਿਹਾ ਹੈ, ਕਿੱਥੋਂ ਆ ਰਿਹਾ ਹੈ। ਤੇ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਸ ਵਿੱਚ ਵੀ ਸਾਡਾ ਜ਼ੋਰ ਨਹੀਂ ਹੈ। ਜੋ ਮਨ ਦੇ ਵਿੱਚ ਜੋ ਇਹ ਸ਼ੋਰ ਚੱਲ ਰਿਹਾ ਹੈ, ਜੋ ਇਹ ਕੁਛ ਨਾ ਕੁਛ ਲੱਗਿਆ ਰਹਿੰਦਾ, ਕੋਈ ਨਾ ਕੋਈ ਵਿਚਾਰ ਚੱਲਦੀ ਰਹਿੰਦੀ ਹੈ, ਇਸ ਵਿੱਚ ਵੀ ਸਾਡਾ ਜ਼ੋਰ ਨਹੀਂ ਚੱਲਦਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਸੁਰਤੀ ਭਾਵ ਅਧਿਆਤਮਕ ਤੌਰ ਤੇ ਜਾਗ੍ਰਿਤੀ, ਕਿ ਬੰਦਾ ਜਾਗ ਗਿਆ। ਬਾਹਰੋਂ ਦੀ ਜਾਗਣਾ ਹੋਰ ਗੱਲ ਹੈ, ਰੋਜ਼ ਸੌਂਦੇ ਆ, ਰੋਜ਼ ਜਾਗਦੇ ਆ, ਪਰ ਵਿਰਲੇ ਹੀ ਹੁੰਦੇ ਆ ਜਿਹੜੇ ਅਧਿਆਤਮਕ ਪੱਖੋਂ ਜਾਗ ਜਾਂਦੇ ਆ। ਫਿਰ ਉਹ ਜਿਹੜਾ ਹੈ ਸੱਚ ਪਛਾਣ ਸਕਦੇ ਆ, ਫਿਰ ਉਹਨਾਂ ਵਿੱਚ ਹੀ ਇਹ ਸਮਰਪਣ ਆਉਂਦਾ। ਉਹਨਾਂ ਨੂੰ ਹੀ ਇਹ ਪਤਾ ਲੱਗਦਾ ਹੈ ਕਿ ਮੇਰੇ ਵਾਸਤੇ ਤਾਂ ਕੁਛ ਨਹੀਂ, ਮੈਂ ਤੇ ਐਵੇਂ ਹੀ ਹੰਕਾਰ ਕਰੀ ਜਾਂਦਾ ਸੀਗਾ। ਜ਼ੋਰ ਨਾ ਸੁਰਤੀ ਨਾ ਅਧਿਆਤਮਕ ਜਾਗ੍ਰਿਤੀ ਵਿੱਚ ਮੇਰਾ ਜ਼ੋਰ ਚੱਲਦਾ ਹੈ, ਨਾ ਗਿਆਨ ਵਿੱਚ, ਨਾ ਗਿਆਨ ਹਾਸਲ ਕਰਨ ਵਿੱਚ ਮੇਰਾ ਜ਼ੋਰ ਚੱਲਦਾ ਹੈ, ਨਾ ਵਿਚਾਰ, ਜੋ ਵਿਚਾਰਾਂ ਕਰਦੇ ਆ, ਜੋ ਆਪਸ ਵਿੱਚ ਗੱਲਬਾਤ ਕਰ ਰਹੇ ਆ, ਜੋ ਉਸ ਅਕਾਲ ਪੁਰਖ ਦੀ ਵਡਿਆਈਆਂ ਕਰ ਰਹੇ ਆ, ਵਿਚਾਰਾਂ ਕਰ ਰਹੇ ਆ, ਉਸ ਵਿੱਚ ਵੀ ਜ਼ੋਰ ਮੇਰਾ ਨਹੀਂ। ਇਹ ਤੇ ਉਹਦੀ ਮੌਜ ਹੈ। ਉਹ ਚਾਹੇ ਤੇ ਗਿਆਨ ਦੇ ਰਿਹਾ, ਉਹ ਚਾਹੇ ਤੇ ਵਿਚਾਰ ਬਖਸ਼ ਰਿਹਾ। ਸੁਰਤੀ, ਗਿਆਨ, ਵਿਚਾਰ ਹਰ ਕਿਸੇ ਵਿੱਚ ਸਾਡਾ ਕੋਈ ਜ਼ੋਰ ਨਹੀਂ। ਜ਼ੋਰ ਨਾ ਜੁਗਤੀ ਛੋਟਾ ਸੰਸਾਰ। ਜੁਗਤੀ ਭਾਵ ਤਰੀਕਾ, ਕੋਈ ਤਰੀਕਾ ਲੱਭਦਾ ਨਾ ਬੰਦਾ ਕਿ ਹਾਂ ਇਸ ਤਰੀਕੇ ਨਾਲ ਕਰੋ, ਉਸ ਤਰੀਕੇ ਨਾਲ ਕਰੋ, ਤੁਹਾਡਾ ਛੁਟਕਾਰਾ ਹੋ ਜਾਏਗਾ। ਬੜੇ ਸਿਆਣੇ ਵੀ ਹੁੰਦੇ ਆ ਦੱਸਣ ਵਾਲੇ, ਮੁਕਤੀ ਦੇ ਰਾਹ ਦੱਸਣ ਵਾਲੇ ਵੀ ਬਥੇਰੇ ਤੁਰ ਪਏ ਅੱਜ, ਪਰ ਗੁਰੂ ਸਾਹਿਬ ਕਹਿੰਦੇ ਨਹੀਂ। ਜ਼ੋਰ ਨਾ ਜੁਗਤੀ ਛੋਟਾ ਸੰਸਾਰ। ਜੇ ਤੂੰ ਸੋਚੇ ਮੈਂ ਕਿਸੇ ਸਿਆਣਪ ਦੇ ਨਾਲ, ਚਤੁਰਾਈ ਦੇ ਨਾਲ, ਕਿਸੇ ਤਰੀਕੇ ਦੇ ਨਾਲ ਅਗਰ ਆਪਣੇ ਸਿਰਫ ਤੇ ਸਿਰਫ ਆਪਣੇ ਬਲ ਤੇ ਇਸ ਸੰਸਾਰ ਤੋਂ ਛੁਟਕਾਰਾ ਪਾ ਲਾਂਗਾ, ਮੁਕਤ ਹੋ ਜਾਵਾਂਗਾ, ਗੁਰੂ ਸਾਹਿਬ ਕਹਿੰਦੇ ਨੇ ਤੇਰੀ ਭੁੱਲ ਹੈ, ਅਜਿਹਾ ਵੀ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖੈ ਸੋਇ। ਸੱਚਾਈ ਇਹ ਹੈ ਕਿ ਜਿਸ ਦੇ ਹੱਥ ਵਿੱਚ ਇਹ ਜ਼ੋਰ ਹੈ, ਭਾਵ ਇਹ ਸਮਰੱਥਾ ਹੈ, ਇਹ ਤਾਕਤ ਹੈ, ਜਿਸ ਦੇ ਵਸ ਵਿੱਚ ਹੈ ਨਾ, ਕਰ ਵੇਖੈ ਸੋਇ। ਕਰਕੇ ਭਾਵ ਪ੍ਰਤਪਾਲਨਾ ਕਰ ਕਰਕੇ, ਉਹ ਇਸ ਦੁਨੀਆ ਨੂੰ ਰਚ ਰਚ ਕੇ ਕਰਕੇ, ਵੇਖੈ ਭਾਵ ਪ੍ਰਤਪਾਲਨਾ ਕਰ ਕਰਕੇ, ਸੋਏ ਯਾਨੀ ਕਿ ਉਹ ਪਰਮਾਤਮਾ, ਕਰ ਯਾਨੀ ਕਿ ਰਚ ਕੇ, ਵੇਖੈ ਭਾਵ ਸੰਭਾਲਦਾ ਹੈ ਪਰਮਾਤਮਾ, ਸੋਏ ਉਹੀ ਕਰ ਰਿਹਾ। ਅਸੀਂ ਤੁਸੀਂ ਕਹਿ ਸਕਦੇ ਹਾਂ ਜਰੀਏ, ਇਹ ਸਾਰੇ ਜਰੀਏ ਨੇ, ਇੱਕ ਦੂਜੇ ਨਾਲ ਕਨੈਕਟੀਵਿਟੀ ਹੈ, ਇੱਕ ਮਨੁੱਖ ਦੂਜੇ ਮਨੁੱਖ ਦਾ ਜਰੀਆ ਬਣਿਆ। ਪਰ ਅਗਰ ਸੋਚੀਏ ਕਿ ਉਹ ਸੋਰਸ ਹੀ ਹੋਈ ਹੈ, ਨਹੀਂ, ਉਹ ਜਰੀਆ ਜ਼ਰੂਰ ਹੈ ਉਸ ਸੋਰਸ ਦਾ, ਪਰ ਉਹ ਆਪ ਜਿਹੜੀ ਹੈ ਨਾ, ਉਹ ਮੂਲ ਸੋਰਸ ਨਹੀਂ ਹੈ, ਉਹ ਕੁਝ ਹੋਰ ਹੈ। ਉਹ ਇੱਕੋ ਇੱਕ ਹੈ, ਜਿਸ ਹੱਥ ਜੋ, ਜਿਹਦੇ ਹੱਥ ਵਿੱਚ ਅਸਲ ਜ਼ੋਰ ਹੈ, ਉਹੀ ਅਸਲ ਵਿੱਚ ਸਭ ਦੀ ਪ੍ਰਤਪਾਲਨਾ ਕਰ ਰਿਹਾ। ਜਰੀਏ ਕਿਸੇ ਨਾ ਕਿਸੇ ਨੂੰ ਬਣਾ ਰਿਹਾ ਉਹ, ਪਰ ਜੋ ਚਾਬੀ ਹੈ ਉਹ ਉਸਨੇ ਆਪਣੇ ਹੱਥ ਵਿੱਚ ਹੀ ਰੱਖੀ ਹੈ। ਏਦਾਂ ਵੀ ਕਹਿ ਸਕਦੇ ਹਾਂ ਕਿ ਸਾਰੇ ਅਸੀਂ ਕਠਪੁਤਲੀ ਹੋ ਗਏ, ਤੇ ਡੋਰੀ ਜਿਹੜੀ ਹੈ ਕਠਪੁਤਲੀ ਦੀ,
ਉਹ ਉਸਨੇ ਫੜੀ ਹੋਈ ਹੈ। ਉਹ ਆਪਣੇ ਹਿਸਾਬ ਦੇ ਨਾਲ ਇਹ ਕਾਰ ਵਿਹਾਰ ਕਰਵਾ ਰਿਹਾ, ਉਹਨੂੰ ਪਤਾ ਹੈ। ਪਰ ਹੁਣ ਗੱਲ ਆਉਂਦੀ ਹੈ ਮੰਨਣ ਦੀ ਕਿ ਸਾਡਾ ਜਿਹੜਾ ਮਾਈਂਡ ਸੈਟਅਪ ਹੈ, ਜੋ ਧਿਆਨ ਹੈ, ਜੋ ਸਾਡਾ ਦਾਇਰਾ ਹੈ, ਉਹ ਕਿੱਥੇ ਖੜਾ ਹੈ। ਅਗਰ ਇੱਕ ਦਾ ਦਾਇਰਾ ਖੜਾ ਇੱਥੇ ਹੈ ਕਿ ਸਭ ਕੁਝ ਕਰਨ ਵਾਲਾ ਮੈਂ ਹੀ ਹਾਂ, ਉਹਦੇ ਅੰਦਰ ਅਗਰ ਮੈਂ ਹੈ ਤੇ ਉਹ ਸਿਆਣਪ ਦੇ ਨਾਲ ਕਰਦੇ, ਚਤੁਰਾਈ ਦਿਖਾਏ ਕਿ ਬਈ ਮੇਰੇ ਵੱਸ ਦਾ ਕੁਝ ਨਹੀਂ, ਬਾਹਰੋਂ ਕਹੀ ਜਾਏ, ਅੰਦਰ ਐਕਸੈਪਟ ਨਹੀਂ ਕੀਤਾ ਜੀ ਉਹਨੇ, ਬਾਹਰੋਂ ਇਹ ਗੱਲ ਕਹਿ ਰਿਹਾ, ਸਿਰਫ ਮੁੱਖੋਂ ਕਹਿ ਰਿਹਾ, ਤੇ ਕੀ ਉਹ ਇਸ ਨੂੰ ਜੀ ਪਾਏਗਾ? ਉਹ ਇਸ ਨੂੰ ਨਹੀਂ ਜੀ ਪਾਏਗਾ। ਕੀ ਉਹ ਇਸ ਨੂੰ ਜੀ ਪਾਏਗਾ? ਨਹੀਂ ਜੀ ਪਾਏਗਾ। ਕਾਰਨ ਕੀ? ਕਿਉਂਕਿ ਉਹਨੇ ਮੰਨਿਆ ਨਹੀਂ, ਉਹਨੇ ਕਮਾਇਆ ਨਹੀਂ, ਉਹਨੇ ਨਾਮ ਨਹੀਂ ਜਪਿਆ, ਸਿਰਫ ਗੱਲ ਕੀਤੀ। ਤੇ ਗੱਲ ਕਰਨ ਦੇ ਨਾਲ ਤੇ ਬਥੇਰੇ ਦੱਸਣ ਵਾਲੇ ਆ, ਕਹਿ ਰਹਿੰਦੇ ਆ ਗੁੱਸਾ ਆਏ ਗੁੱਸਾ ਨਾ ਕਰੋ, ਕਹਿਣ ਵਾਲੇ ਹੈਗੇ ਨੇ ਨਾ ਅੱਜ ਵੀ, ਅਗਰ ਗੁੱਸਾ ਆਏ ਤੇ ਗੁੱਸਾ ਨਾ ਕਰੋ। ਕੋਈ ਇਹ ਦੱਸਣ ਵਾਲਾ ਨਹੀਂ ਕਿ ਨਾਮ ਜਪ ਅਜਿਹੀ ਅਵਸਥਾ ਪ੍ਰਾਪਤ ਕਰ ਕਿ ਤੈਨੂੰ ਗੁੱਸਾ ਆਏ ਹੀ ਨਹੀਂ। ਕੰਮ ਤੇ ਉੱਥੇ ਕਰਨਾ। ਅਗਰ ਵਿਕਾਰ ਆ ਗਿਆ, ਵਿਕਾਰ ਕੀ ਹੈ? ਇੱਕ ਕਾਈਂਡ ਆਫ ਇੱਕ ਮਹਿਮਾਨ ਹੋ ਗਿਆ, ਮਹਿਮਾਨ ਆ ਹੀ ਗਿਆ, ਹੁਣ ਕੀ ਕਰੋ? ਮਹਿਮਾਨ ਤੇ ਆ ਗਿਆ, ਹੁਣ ਘਰ ਵਿੱਚ ਜੋ ਕੁਝ ਹੋਏਗਾ ਤੁਹਾਡੇ ਕੋਲ, ਭਾਵੇਂ ਤੁਸੀਂ ਜ਼ਰੂਰ ਨਹੀਂ ਚਾਹੁੰਦੇ ਸੀ ਕਿ ਉਹ ਮਹਿਮਾਨ ਤੁਹਾਡੇ ਘਰ ਆਏ। ਹਰ ਇੱਕ ਮਹਿਮਾਨ ਜਿਹੜਾ ਹੈ ਉਹ ਹਰ ਕੋਈ ਨਹੀਂ ਚਾਹੁੰਦਾ ਨਾ, ਕਈ ਵਾਰ ਮਜਬੂਰੀ ਵਾਲੇ ਵੀ ਹੋ ਜਾਂਦੇ ਆ ਕਿ ਬਈ ਘਰ ਆਏ ਗਿਆ, ਹੁਣ ਤੇ ਇਹਦੀ ਕਰਨਾ ਪੈਣਾ ਥੋੜਾ ਬਹੁਤਾ ਸੇਵਾ ਪਾਣੀ। ਪਰ ਹੁਣ ਕੰਮ ਕੀ ਕਰਨਾ ਹੈ? ਕੰਮ ਅਜਿਹਾ ਕਰਨਾ ਹੈ, ਅਜਿਹੀ ਸੰਗਤੀ ਬਣ ਜਾਏ, ਅਜਿਹੀ ਗੁਰੂ ਸਾਹਿਬ ਕਿਰਪਾ ਕਰ ਦੇਣ ਕਿ ਉਹ ਵਿਕਾਰ ਜਿਹੜਾ ਹੈ ਉਹ ਆਈ ਨਾ ਸਾਡੇ ਅੰਦਰ, ਉਸ ਵੱਲ ਧਿਆਨ ਜਾਈ ਨਾ। ਉਹਦੇ ਲਈ ਕਰਨਾ ਕੀ ਪਏਗਾ? ਅਗਰ ਉਸ ਵੱਲ ਧਿਆਨ ਲਗਾਵਾਂਗੇ ਫਿਰ ਤੇ ਜ਼ਰੂਰ ਆਏਗਾ। ਧਿਆਨ ਸਾਡਾ ਜਿਹੜਾ ਹੈ ਜਿੰਨਾ ਜ਼ਿਆਦਾ ਹੋ ਸਕੇ ਆਪਣੇ ਆਪ ਇਸ ਵੱਲ ਅਸੀਂ ਤੋਰਨਾ, ਬਾਣੀ ਵੱਲ ਤੋਰਨਾ, ਵਿਚਾਰ ਵੱਲ ਤੋਰਨਾ, ਆਪਣੇ ਆਪ ਨੂੰ ਅਜਿਹੇ ਬੰਧਨਾਂ ਵਿੱਚ ਪਾਉਣਾ ਹੈ ਕਿ ਬਈ ਸਾਡਾ ਜਿਹੜਾ, ਅਗਰ ਸਾਡੇ ਕੋਲ ਜਿੰਨਾ ਸਮਾਂ ਅਗਰ ਲੱਗਦਾ ਹੈ, ਜਿਹੜੇ ਆਪਾਂ ਕੰਮ ਵਿਹਾਰ ਜੋ ਕਰਦੇ ਹਾਂ ਰੋਜ਼ ਦਾ, ਉਸ ਤੋਂ ਇਲਾਵਾ ਕੋਸ਼ਿਸ਼ ਕਰੀਏ ਆਪਣਾ ਜਿਹੜਾ ਨੇਮ ਹੈ ਉਹਨੂੰ ਵਧਾਉਣ ਦੀ ਕੋਸ਼ਿਸ਼ ਕਰੀਏ, ਕਿਸੇ ਵੀ ਤਰੀਕੇ ਨਾਲ ਹੋ ਸਕਦਾ। ਬਾਬਾ ਜੀ ਕਿਰਪਾ ਕਰਦੇ ਆ, ਜਿੱਥੇ ਚਾਹ ਉੱਥੇ ਰੱਖ ਕੇ, ਕਹਿੰਦੇ ਨੇ ਸਿਆਣੇ ਜਿੱਥੇ ਚਾਹ ਉੱਥੇ ਰੱਖ। ਤੇ ਸੱਚ ਵਿੱਚ ਹੈ ਕਿ ਅਗਰ ਚਾਹ ਹੈ ਨਾ, ਅੰਦਰ ਮਨ ਵਿੱਚ ਚਾਹ ਹੈ, ਤੇ ਬਾਬਾ ਜੀ ਤੇ ਬਸ ਸਾਡੇ ਅੰਦਰ ਦੇ ਹੀ ਜਾਣਦੇ ਆ। ਅੰਤਰਜਾਮੀ ਕਹਿੰਦੇ ਆ ਨਾ, ਉਹ ਵੇਖਦਾ ਹੈ। ਸੱਚ ਵਿੱਚ ਹੱਥ ਉਹਦੇ ਹੀ ਹੈ, ਪਰ ਉਹ ਵੇਖ ਰਿਹਾ ਨਾ ਕਿ ਜੋ ਤੈਨੂੰ ਜਿਸ ਜੋਗ ਬਣਾਇਆ ਉਹਨੇ ਹੀ ਬਣਾਇਆ, ਇਸ ਲਈ ਉਹਦੇ ਹੱਥ ਵਿੱਚ ਹੈ ਸਭ ਕੁਝ। ਉਹ ਤੈਨੂੰ ਨਾ ਬਣਾਉਂਦਾ, ਤੈਨੂੰ ਹੱਥ ਦਿੰਦਾ ਹੀ ਨਾ, ਤੂੰ ਕਿਹੜੇ ਹੱਥਾਂ ਨਾਲ ਦਾਨ ਕਰਦਾ? ਸੋਚਣ ਦੀ ਗੱਲ ਹੈ। ਤੈਨੂੰ ਕੰਨ ਦਿੰਦਾ ਹੀ ਨਾ, ਤੂੰ ਕਿਹੜੇ ਕੰਨਾਂ ਦੇ ਨਾਲ ਸੁਣਦਾ? ਤੈਨੂੰ ਅੱਖਾਂ ਦਿੰਦਾ ਹੀ ਨਾ, ਕਿਹੜੇ ਅੱਖਾਂ ਨਾਲ ਦੇਖਦਾ? ਮਾਂਜਾ ਜੇ ਵੀ ਮਾਂਜਾ, ਪਰ ਸਮਰਪਣ ਜਿਹੜਾ ਹੈ ਨਾ, ਉਹ ਅੰਦਰ ਵਸੇਗਾ, ਕਮਾਏਗਾ, ਤਾਂ ਹੀ ਉਹ ਇਸ ਨੂੰ ਜੀ ਪਾਏਗਾ। ਅਗਰ ਉਹ ਕਵੇ ਕਿ ਸਿਰਫ ਬਾਹਰੋਂ ਕਹਿਣ ਦੇ ਨਾਲ ਗੱਲ ਬਣ ਜਾਏਗੀ, ਕਹਿਣ ਦੇ ਨਾਲ ਸਿਰਫ ਕਹਿਣ ਮਾਤਰ ਨਹੀਂ ਹੈ, ਇਹ ਤੇ ਕਮਾਉਣਾ ਪਏਗਾ। ਤੇ ਕਮਾਉਣ ਲਈ ਇੱਕੋ ਇੱਕ ਜ਼ਰੀਆ ਹੈ, ਵਾਹਿਗੁਰੂ ਜਪਣਾ ਪਏਗਾ, ਨਾਮ ਜਪਣਾ ਪਏਗਾ, ਸਿਮਰਨ ਕਰਨਾ ਪਏਗਾ, ਗੁਣ ਲੈ ਕੇ ਆਣੇ ਪੈਣਗੇ। ਵਿਣ ਗੁਣ ਕੀਤੇ ਭਗਤ ਨਾ ਹੋਏ, ਇਹ ਮੰਨਣਾ ਪਏਗਾ। ਨਾਨਕ ਉੱਤਮ ਨੀਚ ਨਾ ਕੋਈ। ਤੇ ਗੁਰੂ ਸਾਹਿਬ ਕਹਿੰਦੇ, ਹੇ ਨਾਨਕ, ਅਗਰ ਇਹ ਗੱਲ ਕੋਈ ਮੰਨ ਲਵੇ ਨਾ, ਜਿਸ ਦੀ ਸੂਰਤ ਇੰਨੀ ਬਾਰੀਕ ਹੋ ਜਾਏ ਕਿ ਜਿਸ ਦੇ ਹੱਥ ਵਿੱਚ, ਜਿਸ ਹੱਥ ਜੋਰ ਕਿ ਬਈ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ, ਤੇ ਉਹੀ ਆਪ ਹੀ ਸਭ ਦੀ ਰਚਨਾ ਕਰਕੇ ਪ੍ਰਤਪਾਲਨਾ ਕਰ ਰਿਹਾ ਹੈ, ਤੇ ਫਿਰ ਉਹ ਕੀ ਕਹੇਗਾ ਜੀ? ਉਹਦੀ ਸੁਰਤ ਅਜਿਹੀ ਹੋ ਜਾਏਗੀ, ਉਹਨੂੰ ਸਮਝ ਆ ਜਾਏਗੀ ਜੋ ਮੂਲ ਕਸੌਟੀ ਹੈ ਇਸ ਜ਼ਿੰਦਗੀ ਦੀ। ਫਿਰ ਉਹ ਦੂਜਿਆਂ ਵੱਲ ਨਹੀਂ ਵੇਖੇਗਾ, ਉਹਦੀ ਬੁਰਾਈਆਂ ਨਹੀਂ ਦੇਖੇਗਾ, ਤੇ ਕਿਸੇ ਦੀ ਚੰਗਾਈਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਵੀ ਨਹੀਂ ਹੋ ਜਾਏਗਾ। ਯਾਨੀ ਕਿ ਉਹ ਮਨੁੱਖ ਨੂੰ ਛੱਡ ਕੇ ਦਾਤੀ ਵੱਲ ਧਿਆਨ ਦੇਗਾ, ਕਿਉਂਕਿ ਉਹਨੂੰ ਇਹ ਗੱਲ ਸਮਝ ਆ ਜਾਏਗੀ, ਨਾਨਕ ਉੱਤਮ ਨੀਚ ਨਾ ਕੋਈ, ਕਿ ਨਾ ਕੋਈ ਉੱਤਮ ਹੈ ਨਾ ਕੋਈ ਨੀਚ ਹੈ। ਨਾਨਕ ਉੱਤਮ ਨੀਚ ਨਾ ਕੋਈ, ਅਜਿਹੀ ਦ੍ਰਿਸ਼ਟੀ ਉਹਨੂੰ ਮਿਲ ਜਾਏਗੀ ਗੁਰੂ ਸਾਹਿਬ ਤੋਂ, ਅਗਰ ਉਹਨੂੰ ਇਹ ਗੱਲ ਸਮਝ ਆ ਜਾਏ। ਤੇ ਹੁਣ ਇਹ ਗੱਲ ਜਿਹੜੀ ਸਮਝਣੀ ਨਾ, ਇਹ ਇੰਨੀ ਕੋਈ ਸੌਖੀ ਨਹੀਂ ਜਿੰਨੀ ਕਹਿਣੀ ਸੌਖੀ। ਅਗਰ ਸਾਨੂੰ ਇਹ ਗੱਲ ਸਮਝ ਆ ਜਾਏ ਕਿ ਬਈ ਕੋਈ ਸਾਡੇ ਲਈ ਬਹੁਤ ਚੰਗਾ ਨਹੀਂ, ਕੋਈ ਸਾਡੇ ਲਈ ਬਹੁਤ ਮਾੜਾ ਨਹੀਂ, ਸਾਡੇ ਲਈ ਸਾਰੇ ਇੱਕੋ ਜਿਹੇ,
ਇਹ ਸਮ ਦ੍ਰਿਸ਼ਟੀ ਜਿਹੜੀ ਹੈ ਐਵੇਂ ਦੀ ਪੈਣੀ। ਨਾਨਕ ਉੱਤਮ ਨੀਚ ਨਾ ਕੋਈ। ਇਹ ਨਾਨਕ, ਨਾ ਕੋਈ ਉੱਤਮ ਹੈ ਨਾ ਕੋਈ ਨੀਚ ਹੈ। ਉੱਤਮ ਨੀਚ ਨਾ ਕੋਈ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਪਰ ਹੁਣ ਇਹ ਕਮਾਣਾ ਪਏਗਾ। ਜਦ ਉਸ ਪਰਮਾਤਮਾ ਦੇ ਨਾਲ ਜੁੜਾਂਗੇ, ਕਿਉਂਕਿ ਉਹਦਾ ਗੁਣ ਕੀ ਹੈ, ਉਹ ਸਭ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ। ਤੇ ਅਗਰ ਉਹਦੀ ਆਰਾਧਨਾ ਕੋਈ ਕਰ ਰਿਹਾ ਹੈ, ਉਹਦੀ ਪੂਜਾ ਕਰ ਰਿਹਾ ਹੈ, ਉਹਨੂੰ ਜਪ ਰਿਹਾ ਹੈ, ਤੇ ਉਹਦੇ ਵਿੱਚ ਸਹਿਜ ਸੁਭਾਅ ਇਹ ਗੁਣ ਆਉਂਦਾ ਹੈ। ਜਿਵੇਂ ਬਾਣੀ ਦਾ ਵੀ ਫਰਮਾਨ ਆਉਂਦਾ ਹੈ, ਜੈਸਾ ਸੇਵੈ ਤੈਸੋ ਹੋਏ, ਕਿ ਜਿਹਨੂੰ ਮਨੁੱਖ ਸਿਮਰਦਾ ਨਾ, ਜਿਹੋ ਜਿਹਾ ਸਿਮਰਦਾ ਹੈ, ਜਿਹੋ ਜਿਹੀ ਸੰਗਤੀ ਕਰਦਾ ਹੈ, ਅਜਿਹਾ ਹੀ ਸੁਭਾਅ ਉਹਨੂੰ ਜਿਹੜਾ ਪ੍ਰਾਪਤ ਹੁੰਦਾ ਹੈ। ਤੇ ਅਗਰ ਅਸੀਂ ਉਸ ਸਮਦ੍ਰਿਸ਼ਟ ਦੀ ਆਰਾਧਨਾ ਕਰਦੇ ਹਾਂ, ਉਸ ਦਾ ਨਾਮ ਜਪਦੇ ਹਾਂ, ਤੇ ਸਹਿਜ ਸੁਭਾਏ ਇਹ ਗੁਣ ਜਿਹੜਾ ਹੈ ਤੇ ਸਾਡੇ ਵਿੱਚ ਵੀ ਆਉਂਦਾ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਵੀ ਉਹ ਸਮਦ੍ਰਿਸ਼ਟੀ ਬਖਸ਼ਣ, ਸਮਦ੍ਰਿਸ਼ਟ ਬਣਾਉਣ, ਅਸੀਂ ਸਭ ਨੂੰ ਇੱਕੋ ਜਿਹਾ ਵੇਖ ਸਕਦੇ ਹਾਂ। ਇਹਦਾ ਇੱਕ ਭਾਵ ਹੋਰ ਹੋ ਸਕਦਾ ਕਿ ਬਈ ਜਿਵੇਂ ਅਸੀਂ ਮੰਨਦੇ ਹਾਂ ਨਾ, ਬਾਹਰੀ ਪਹਿਰਾਵਾ ਵੇਖ ਕੇ, ਇਹ ਤੇ ਬੜਾ ਪੈਸੇ ਵਾਲਾ ਹੈ, ਇਹ ਧਨ ਦੌਲਤ ਵਾਲਾ ਹੈ, ਤੇ ਇਹ ਬੜਾ ਗਰੀਬ ਹੈ। ਤੇ ਕਈ ਵਾਰ ਮਨੁੱਖ ਦਾ ਸੁਭਾਅ ਵੀ ਅਜਿਹਾ ਹੋ ਜਾਂਦਾ ਹੈ, ਵੱਡਿਆਂ ਦੇ ਨਾਲ ਚੰਗਾ ਸੁਭਾਅ ਕਰਨਾ, ਗਰੀਬ ਦੇ ਨਾਲ ਗਰੀਬ ਮਾਰ ਕਰਨਾ, ਉਹਨੂੰ ਕੁਝ ਸਮਝਣਾ ਹੀ ਨਾ। ਪਰ ਉਹ ਇਹ ਨਹੀਂ ਸਮਝਦਾ ਕਿ ਇਹ ਜੇ ਸਾਰੇ ਜਿਹੜੇ ਆ ਨਾ, ਇਹ ਉਹਦੀ ਹੀ ਸੰਤਾਨ ਆ, ਉਹਦੇ ਹੀ ਬੱਚੇ ਹੈ। ਤੇ ਇਹ ਕੌਣ ਸਮਝਾਏਗਾ? ਜਦ ਕੋਈ ਬਾਣੀ ਪੜ੍ਹੇਗਾ, ਬਾਣੀ ਨੂੰ ਵਿਚਾਰੇਗਾ, ਉਸਨੂੰ ਕਮਾਏਗਾ, ਤੇ ਅੰਦਰ ਜਿਹੜੀ ਹੈ ਸਹਿਜ ਸੁਭਾਏ ਇਹ ਗੱਲ ਟਿਕਦੀ ਹੈ। ਗੁਰੂ ਸਾਹਿਬ ਸਭ ਤੇ ਮੇਰ ਭਰੇ ਹੱਥ ਰੱਖ ਕੇ ਸਭ ਨੂੰ ਇਹ ਸੋਝੀ ਬਖਸ਼ਣ ਕਿ ਸਾਰੇ ਇੱਕੋ ਜਿਹੇ, ਨਾ ਹਮ ਹਿੰਦੂ ਨਾ ਮੁਸਲਮਾਨ। ਉਹਨਾਂ ਦਾ ਜਿਹੜਾ ਪਾਵਰ ਅੱਗੇ ਹੋਰ ਚਲਾ ਜਾਂਦਾ ਹੈ। ਪਰ ਅਜੇ ਫਿਲਹਾਲ ਅਸੀਂ ਗੱਲ ਨੂੰ ਸੰਕੋਚਣਾ ਹੈ, ਤੇ ਸਿਰਫ ਇੰਨਾ ਸਮਝਣਾ ਹੈ ਕਿ ਅਸੀਂ ਸਾਰੀ ਜਾਤ ਪਾਤਾਂ ਛੱਡ ਕੇ, ਸਮਰਪਣ ਕਰਕੇ, ਇਹ ਸਮਝ ਕੇ ਕਿ ਸਾਡੇ ਵੱਸ ਵਿੱਚ ਕੁਝ ਨਹੀਂ ਹੈ, ਸਾਰਾ ਕੁਝ ਕਰਨ ਵਾਲਾ ਉਹ ਪਰਮਾਤਮਾ ਹੈ। ਇਹ ਪਤਾ ਜਿਹੜਾ ਹੈ ਬੜਾ ਹੀ ਔਖਾ ਹੈ। ਇਹ ਜਿਹੜੀ ਪੌੜੀ ਚੜ੍ਹਨੀ ਨਾ, ਸੱਚ ਵਿੱਚ ਪੂਰੀ ਜ਼ਿੰਦਗੀ ਮੰਗਦੀ ਹੈ, ਘਾਲਣਾ ਮੰਗਦੀ, ਘਾਲਣਾ। ਵਾਹਿਗੁਰੂ ਜੀ ਕਿਰਪਾ ਕਰਨ, ਉਹਦੀ ਨਦਰ ਹੈ, ਉਹਦੀ ਮਿਹਰ ਹੈ। ਜਿਸ ਦਿਨ ਅੰਦਰੋਂ ਮੰਗ ਉੱਠਦੀ ਹੈ ਨਾ, ਬਸ ਉਹ ਅੰਦਰੋਂ ਮੰਗ ਨਹੀਂ ਉੱਠਦੀ, ਬਸ ਉਹ ਇੰਤਜ਼ਾਰ ਕਰਦੇ ਆ ਕਿ ਮੰਗ ਜਿਹੜੀ ਹੈ ਅਸਲ ਵਿੱਚ ਉਹ ਵੀ ਕਿਤੇ ਨਾ ਕਿਤੇ ਦੇਖੋ ਬਖਸ਼ਣ ਵਾਲਾ ਕੋਲ ਹੈ, ਬਣਾਉਣ ਵਾਲਾ ਕੋਲ ਹੈ ਨਾ, ਜਿਨਨੇ ਸਾਨੂੰ ਇਸ ਲਾਇਕ ਬਣਾਇਆ ਕਿ ਤੂੰ ਇਹ ਮੰਗ ਉਠਾ। ਪਰ ਇਨਡਾਇਰੈਕਟ ਵੇ ਜ਼ੋਰ ਕਿਹਦਾ ਚੱਲ ਰਿਹਾ? ਜ਼ੋਰ ਉਹਦਾ ਹੀ ਚੱਲ ਰਿਹਾ। ਤੇ ਗੁਰੂ ਸਾਹਿਬ ਸਭ ਤੇ ਮੇਰ ਪਰ ਹੱਥ ਰੱਖ ਕੇ ਅਜਿਹੀ ਜਿਹੜੀ ਹੈ, ਕਹਿ ਸਕਦੇ ਹਾਂ ਕਿ ਸੁਰਤੀ ਬਖਸ਼ਣ, ਅਜਿਹਾ ਗਿਆਨ ਬਖਸ਼ਣ, ਅਜਿਹਾ ਵਿਚਾਰ ਬਖਸ਼ਣ, ਤੇ ਜੀਵਨ ਸਫਲਾ ਕਰਨ। ਪੌੜੀ ਦੀ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਟੁੱਟੀਆਂ ਹੋ ਜਾਂਦੀਆਂ ਹਨ, ਬਖਸ਼ ਲੈਣਾ ਜੀ, ਅੱਗੇ ਵੀ ਬਖਸ਼ ਦਿਓ। ਅਗਰ ਕੋਈ ਵੀ ਆਪ ਜਿਹੜਾ ਸਵਾਲ ਹੋਏ ਤੇ ਕਮੈਂਟ ਬਾਕਸ 'ਚ ਆਪ ਜੀ ਲਿਖ ਸਕਦੇ ਹੋ ਜੀ, ਕੋਈ ਫੀਡਬੈਕ ਦੇਣਾ ਚਾਹੇ ਦੇ ਸਕਦੇ ਹੋ ਜੀ। ਸਭ ਦਾ ਬਹੁਤ ਬਹੁਤ ਧੰਨਵਾਦ। ਚੈਨਲ ਨੂੰ ਜੋ ਸਬਸਕ੍ਰਾਈਬ ਜਿਨ੍ਹਾਂ ਨੇ ਕੀਤਾ, ਜੋ ਲਾਈਕ ਕਰਦੇ, ਜੋ ਸ਼ੇਅਰ ਕਰਦੇ ਆ, ਅਜਿਹੇ ਉਪਰਾਲਿਆਂ ਦਾ ਸਾਥ ਦਿੰਦੇ ਆ, ਜੋ ਕਿ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਲੋੜ ਹੈ। ਘਰ ਘਰ ਬਾਣੀ ਪਹੁੰਚੇ, ਵਿਚਾਰ ਪਹੁੰਚੇ। ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।